ਜੋ ਪਰਮੇਸ਼ਵਰ ਦੀ ਭਗਤੀ ਕਰਦੇ ਹਨ, ਜੋ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਕਹਿੰਦੇ ਹਨ, ਫਿਰ ਉਹ ਪਰਿਪੂਰਨ ਪਰਮਾਤਮਾ ਸਦਾ ਉਹਨਾਂ ਜਪਣ ਵਾਲਿਆਂ ਦੇ ਅੰਗ ਸੰਗ ਹੈ। ਇਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ, ਜਿਹਦੇ ਵਿੱਚ ਆਪ ਕਹਿੰਦੇ ਹਨ, हे ਪ੍ਰਭੂ ਹਰ ਕਾ ਨਾਮ ਹਿਰਦੇ ਨਿਤ ਧਿਆਈ। हे ਪ੍ਰਭੂ ਮੈਂ ਤੇਰਾ ਨਾਮ ਸਦਾ ਹਿਰਦੇ ਵਿੱਚ ਵਸਾਵਾਂ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸਦਾ ਤੇਰਾ ਨਾਮ ਮੈਂ ਹਿਰਦੇ ਵਿੱਚ ਜਪਾਂ, ਮਨ ਕਰਕੇ ਜਪਾਂ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਇਹ ਨਾਮ ਜਪਣ ਦੇ ਸਦਕੇ ਜਿਨ੍ਹਾਂ ਨੇ ਵੀ ਮੇਰੇ ਨਾਲ ਬਹਿ ਕੇ ਤੇਰਾ ਸਿਮਰਨ ਕੀਤਾ ਹੈ, ਨਾਮ ਜਪਿਆ ਹੈ ਔਰ ਜਪਣਗੇ, हे ਪ੍ਰਭੂ ਕਿਰਪਾ ਕਰੀ ਉਹਨਾਂ ਸਾਰਿਆਂ ਨੂੰ ਹੀ ਆਪਣੇ ਨਾਮ ਦੇ ਸਦਕੇ ਤਾਰ ਲਈ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਤੇ ਜੋ ਨਾਮ ਜਪਦੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਫਿਰ ਉਹਨਾਂ ਦੇ ਅੰਗ ਸੰਗ ਹੁੰਦਾ ਹੈ ਗੁਰੂ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਜੋ ਸਿਮਰਨਗੇ ਪਰਮੇਸ਼ਵਰ ਦਾ ਨਾਮ, ਸਾਈਂ ਦਾ ਨਾਮ, ਆਖਿਆ ਸਦਾ ਗੁਰੂ ਉਹਨਾਂ ਦੇ ਅੰਗ ਸੰਗ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਔਰ ਜਦ ਨਾਮ ਜਪੇਗਾ ਪ੍ਰਾਣੀ, ਨਾਮ ਜਪ ਕੇ ਉਸ ਦੀ ਆਤਮਾ ਪਰਮੇਸ਼ਵਰ ਦੇ ਚਰਨਾਂ ਨਾਲ ਜਦੋਂ ਇੱਕ ਮਿਕ ਹੋ ਜਾਏਗੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਆ ਕਰਦੇ ਸਨ, ਜਦੋਂ ਜੀਵ ਨਾਮ ਜਪਦਾ ਹੈ, ਫਿਰ ਨਾਮ ਜਪਣ ਵਾਲਾ ਔਰ ਨਾਮੀ ਵਿੱਚ ਫਰਕ ਨਹੀਂ ਰਹਿ ਜਾਂਦਾ। ਹਰ ਹਰ ਜਨ ਦੋ ਇੱਕ ਹੈ। ਬਿਪ ਵਿਚਾਰ ਕਿਛ ਨਾਹੀਂ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੇ ਸਮਾਏ। ਨਾਮ ਜਪਣ ਵਾਲੀ ਆਤਮਾ ਪਰਮੇਸ਼ਵਰ ਦੇ ਏਡੇ ਨੇੜੇ ਹੋ ਜਾਂਦੀ ਹੈ ਕਿ ਫਿਰ ਜਦੋਂ ਸੰਸਾਰ ਦੇ ਦੁੱਖ ਆਉਂਦੇ ਹਨ, ਤਾਂ ਉਸ ਆਤਮਾ ਨੂੰ ਉਹ ਦੁੱਖ ਦੁਖੀ ਨਹੀਂ ਕਰ ਸਕਦੇ। ਦੁੱਖਾਂ ਵਿੱਚ ਵੀ ਰਹਿ ਕੇ ਉਹ ਸਦਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ, ਭਾਣੇ ਨੂੰ ਮੰਨਦਾ ਹੈ ਤੇ ਕੀ ਕਹਿੰਦਾ, ਤੇਰਾ ਕੀਆ ਮੀਠਾ ਲਾਗੇ। हे ਪ੍ਰਭੂ ਤੂੰ ਸੁੱਖ ਵਿੱਚ ਰੱਖਿਆ, ਮੈਨੂੰ ਦੁੱਖ ਵਿੱਚ ਰੱਖਿਆ, ਇਹ ਤੇਰਾ ਹੀ ਹੁਕਮ ਹੈ, ਤੇਰਾ ਹੀ ਪਾਣਾ ਹੈ। ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਮੈਂ ਤਾਂ हे ਪ੍ਰਭੂ ਸਦਾ ਤੇਰੇ ਚਰਨਾਂ ਵਿੱਚ ਇਹੀ ਆਰਾਧਨਾ ਕਰਾਂਗਾ ਕਿ ਤੂੰ ਮੈਨੂੰ ਆਪਣਾ ਨਾਮ ਬਖਸ਼, ਮੈਂ ਤੇਰਾ ਸਿਮਰਨ ਕਰਾਂ, ਅੰਮ੍ਰਿਤ ਵੇਲੇ ਉੱਠ ਕੇ ਤੇਰੀ ਭਗਤੀ ਕਰਾਂ। ਔਰ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਗੁਰੂ ਸਦਾ ਉਹਨਾਂ ਦੇ ਅੰਗ ਸੰਗ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਿਮਰ ਸਿਮਰ ਤਿਸ ਸਦਾ ਸੰਭਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਅਰਜਨ ਦੇਵ ਪਾਤਸ਼ਾਹ ਦਰਬਾਰ ਵਿੱਚ ਬੈਠੇ, ਸਾਈਂ ਮੀਆਂ ਮੀਰ ਆਇਆ, ਬੇਨਤੀ ਕੀਤੀ ਗਰੀਬ ਨਿਵਾਜ, आपने जो ये बाणी रची है, तेरा किया मीठा लागे, हर नाम पदार्थ नानक मांगे। आपने बाणी रची है, तन मन काट काट सब अर्पी, विच अग्नि आप जलाई। ऐसा कौन है जिहड़ा अपने शरीर नूं अग उपर रख के ते फिर भी परमात्मा दे पाणी विच रहे, फिर भी उसके हुक्म विच रहे। ऐसा कौन है? कृपा करो। सिर्फ ये बाणी मुझ बानी ही उचारी है कि इसके ऊपर कोई अमल करने वाला भी है। तां गुरु अर्जन देव पातशाह कहन लगे, साईं मियां मीर, समा आवेगा, ये जो अखर असी लिखे हैं, जो अखर उचारे हैं, इन्हां ते अमल भी करके दसांगे। ते फिर समा आ बनिया जदों बादशाह जहांगीर दा दीवान चंदू, जिसकी लड़की दा रिश्ता लैके लागी हरमंदर साहब आए गुरु हरगोबिंद जी वास्ते। ते लागियां ने जदों गुरु हरगोबिंद जी नूं वेख्या तां आख्या, इस तो सुंदर संसार ते होर कौन हो सकदा है। ते चंदू दीवान दी लड़की वास्ते ये वर सब तो अच्छा है। उन्हां बेनती कीती गुरु अर्जन देव महाराज नूं कि ये लड़का चंदू दीवान दी लड़की वास्ते असी आप पासों मंगदे हां। साहब जी ने क्या अच्छा, जिस वेले लागी सगन दे के गए ते चंदू दीवान नूं जाके आख्या कि असी आप दी लड़की दा रिश्ता गुरु अर्जन देव पातशाह दे सपुत्र गुरु हरगोबिंद जी नाल कर दिता है। तां चंदू दीवान, जिसनूं अपने पद दा अहंकार सी कि मैं राजे दा दीवान हाँ, बड़े गुरु घर वास्ते कबूल बोलिया कि तुसी ये रिश्ता किथे कर आए हो। मैं किथे राजे दा दीवान और किथे ओ फकीरां दी गद्दी। ये तुसी चंगा नहीं कीता। गुरु घर वाल जदों कबूल बोले ते ਇਹ ਗੱਲ ਸੰਗਤ ਨੂੰ ਪਤਾ ਲੱਗ ਗਈ। ਤਾਂ ਦਿੱਲੀ ਦੀ ਸੰਗਤ ਨੇ ਚਿੱਠੀ ਲਿਖੀ, ਗਰੀਬ ਨਿਵਾਜ, ਇਸ ਚੰਦੂ ਦੀਵਾਨ ਦਾ ਜੋ ਲੜਕੀ ਦਾ ਰਿਸ਼ਤਾ ਹੈ ਗੁਰੂ ਹਰਗੋਬਿੰਦ ਜੀ ਦੇ ਨਾਲ ਨਹੀਂ ਕਰਨਾ, ਕਿਉਂਕਿ ਇਸਨੇ ਗੁਰੂ ਘਰ ਦੀ ਵਾਸਤੇ ਕਬੂਲ ਬੋਲੇ ਹਨ।
ਤੇ ਜਦੋਂ ਸਾਹਿਬ ਜੀ ਨੇ ਮਨਾ ਕਰ ਦਿੱਤਾ ਤਾਂ ਇਹ ਚੰਦੂ ਪਾਪੀ ਦੇ ਮਨ ਵਿੱਚ ਆਇਆ ਕਿ ਇਹ ਤਾਂ ਮੇਰੀ ਬੜੀ ਬੇਅਦਬੀ ਕੀਤੀ ਹੈ ਇਹਨਾਂ ਨੇ। ਗੁਰੂ ਅਰਜਨ ਦੇਵ ਜੀ ਨੇ ਮੇਰਾ ਰਿਸ਼ਤਾ ਮੋੜ ਦਿੱਤਾ। ਇਹਨਾਂ ਨੂੰ ਅਜੇ ਨਹੀਂ ਪਤਾ ਕਿ ਮੈਂ ਕਿਸ ਪਦਵੀ ਤੇ ਹਾਂ ਤੇ ਮੈਂ ਇਹਨਾਂ ਦੇ ਨਾਲ ਕੀ ਕੁਝ ਕਰ ਸਕਦਾ। ਤਾਂ ਫਿਰ ਚੰਦੂ ਦੀਵਾਨ ਨੇ ਛਲ ਕਰਕੇ ਚਿੱਠੀ ਲਿਖੀ ਗੁਰੂ ਅਰਜਨ ਦੇਵ ਜੀ ਨੂੰ ਕਿ ਆਪ ਲਾਹੌਰ ਆਓ। ਅੰਤਰਜਾਮੀ ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਸਭ ਕੁਝ ਜਾਣਦੇ ਸਨ। ਜਿਸ ਵੇਲੇ ਚੱਲਣ ਲੱਗੇ ਹਰਮੰਦਰ ਸਾਹਿਬ ਤੋਂ ਕੁਝ ਪਿਆਰ ਵਾਲੇ ਨਾਲ ਤੁਰ ਪਏ। ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਕਿੱਥੇ ਤੁਰੇ ਹੋ? ਆਖਿਆ ਬਾਬਾ ਜੀ ਲਾਹੌਰ ਕਿਸੇ ਜ਼ਰੂਰੀ ਕੰਮ ਨੂੰ ਚੱਲੇ ਹਾਂ, ਕਿਸੇ ਜ਼ਰੂਰੀ ਕੰਮ ਨੂੰ ਚੱਲੇ ਹਾਂ। ਤਾਂ ਬਾਬਾ ਬੁੱਢਾ ਜੀ ਤਾਂ ਬ੍ਰਹਮ ਗਿਆਨੀ ਸਨ। ਜਿਸ ਵੇਲੇ ਨੇਤਰ ਬੰਦ ਕਰਕੇ ਵੇਖਿਆ ਕਿ ਕਿਸ ਕੰਮ ਨੂੰ ਚੱਲੇ ਹਨ ਸਾਹਿਬ ਜੀ, ਤਾਂ ਕੀ ਤੱਕਿਆ ਲਾਹੌਰ ਦੇ ਵਿਚਕਾਰ ਚੰਦੂ ਦੀਵਾਨ ਦੀ ਹਵੇਲੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਤਤੀ ਲੋਹਾਂ ਤੇ ਬੈਠੇ ਹੋਏ। ਪੱਬਾਂ ਨਿਕਲੀਆਂ ਬਾਬੇ ਬੁੱਢੇ ਦੀਆਂ। ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ, ਬਾਬਾ ਜੀ ਇਹ ਰਾਜ ਹੀ ਰਹਿਣ ਦੇਣਾ, ਖੋਲਣਾ ਨਹੀਂ। ਗਰੀਬ ਨਿਵਾਜ ਚੱਲੇ ਹੋ, ਇੱਕ ਵਾਰ ਮਾਤ ਗੰਗਾ ਜੀ ਨੂੰ ਤਾਂ ਦਰਸ਼ਨ ਦੇ ਜਾਓ, ਜੋ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਸਨ। ਬਾਬਾ ਬੁੱਢਾ ਜੀ ਭੱਜ ਕੇ ਗਏ, ਲੰਗਰ ਵਿੱਚੋਂ ਮਾਤ ਗੰਗਾ ਜੀ ਨੂੰ ਸੱਦਿਆ। ਮਾਤਾ ਜੀ ਸਾਹਿਬ ਜੀ ਚੱਲੇ ਹਨ ਲਾਹੌਰ, ਤੇ ਸੱਚਮੁੱਚ ਇਸ ਵਾਰ ਜਦੋਂ ਜਾਣਗੇ ਵਾਪਸ ਪਰਤ ਕੇ ਨਹੀਂ ਆਉਣਗੇ। ਐਸਾ ਕਿਹੜਾ ਜ਼ਰੂਰੀ ਕੰਮ ਪੈ ਗਿਆ। ਇਸ ਵੇਲੇ ਆਏ ਮਾਤ ਗੰਗਾ ਜੀ ਨੇ ਜਦੋਂ ਨੇਤਰ ਬੰਦ ਕਰਕੇ ਧਿਆਨ ਵਿੱਚ ਵੇਖਿਆ ਤਾਂ ਆਪ ਦੀਆਂ ਵੀ ਪੱਬਾਂ ਨਿਕਲੀਆਂ। ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨਿਮਰਤਾ ਦੇ ਪੁੰਜ ਕਹਿਣ ਲੱਗੇ, ਗੰਗਾ ਜੀ ਸਾਡੇ ਸਰੀਰਾਂ ਦਾ ਮੇਲ ਹੁਣ ਇੱਥੇ ਤੱਕ ਹੀ ਸੀ, ਅੱਗੇ ਹੁਣ ਅਸੀਂ ਗੁਰੂ ਨਾਨਕ ਦੀ ਦਰਗਾਹ ਵਿੱਚ ਇਕੱਠੇ ਹੋਵਾਂਗੇ। ਸਾਧ ਸੰਗਤ ਬੋਲੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ। ਗੁਰੂ ਹਰਗੋਬਿੰਦ ਜੀ ਜੋ ਉਸ ਵੇਲੇ ਬਾਲ ਅਵਸਥਾ ਵਿੱਚ ਸਨ, ਆਏ ਪਿਤਾ ਦੇ ਦਰਸ਼ਨ ਕੀਤੇ। ਸਾਹਿਬ ਜੀ ਨੇ ਸੋਹਣਾ ਹੱਥ ਗੁਰੂ ਹਰਗੋਬਿੰਦ ਜੀ ਦੇ ਸਿਰ ਤੇ ਰੱਖਿਆ ਤੇ ਫਿਰ ਲਾਹੌਰ ਵੱਲ ਚਾਲੇ ਪਾ ਦਿੱਤੇ। ਨਾਲ ਤੁਰੀ ਜਾਉਂਦੇ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਨਾਲ ਰਸਨਾ ਤੋਂ ਇਹ ਸ਼ਬਦ ਉਚਾਰੀ ਜਾਉਂਦੇ ਹਨ। ਕੀ ਕਹਿੰਦੇ ਹਨ? ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸਮਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਅੰਮ੍ਰਿਤਸਰ ਦੀਆਂ ਸਾਰੀਆਂ ਸੰਗਤਾਂ ਕੁਛ ਦੂਰੀ ਤੱਕ ਸਾਹਿਬ ਜੀ ਨਾਲ ਗਈਆਂ। ਚਾਰੇ ਪਾਸੇ ਸੰਗਤਾਂ ਦੀ ਅੱਖਾਂ ਵਿੱਚ ਆਂਸੂ ਹਨ। ਸਾਹਿਬ ਜੀ ਕਹਿਣ ਲੱਗੇ, ਬਸ ਸਾਧ ਸੰਗਤ ਤੁਸੀਂ ਹੁਣ ਇੱਥੋਂ ਵਾਪਸ ਚਲੇ ਜਾਓ ਤੇ ਸਾਡੇ ਨਾਲ ਕੁਝ ਪਿਆਰ ਵਾਲੇ ਅੱਗੇ ਜਾਣਗੇ। ਤੇ ਜਿਸ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਲਾਹੌਰ ਪਹੁੰਚੇ ਤਾਂ ਚੰਦੂ ਦੀਵਾਨ ਜੋ ਅਹੰਕਾਰ ਦੇ ਮੱਧ ਵਿੱਚ ਸੀ ਕਿ ਮੈਂ ਰਾਜੇ ਦਾ ਦੀਵਾਨ ਹਾਂ, ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹਾਂ, ਪਹਿਲੇ ਤਾਂ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਇਹ ਰਿਸ਼ਤਾ ਆਪ ਗੁਰੂ ਹਰਗੋਬਿੰਦ ਜੀ ਦਾ ਮੇਰੀ ਲੜਕੀ ਨਾਲ ਕਰ ਦਿਓ ਤਾਂ ਮੈਂ ਸਾਰੇ ਸੁੱਖ ਤੁਹਾਨੂੰ ਦਿਆਂਗਾ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਚੰਦੂ ਮੈਂ ਸੰਗਤ ਦਾ ਹੁਕਮ ਮੋੜ ਨਹੀਂ ਸਕਦਾ, ਸੰਗਤ ਦਾ ਹੁਕਮ ਹੈ, ਸਾਧ ਸੰਗਤ ਦਾ ਹੁਕਮ ਹੈ। ਇਹ ਰਿਸ਼ਤਾ ਤੇਰੀ ਲੜਕੀ ਦੇ ਨਾਲ ਗੁਰੂ ਹਰਗੋਬਿੰਦ ਜੀ ਦਾ ਨਹੀਂ ਹੋ ਸਕਦਾ। ਤੂੰ ਸੁੱਖ ਦੇ ਦੁੱਖ ਦੇ ਇਹ ਤੇਰੇ ਹੱਥ ਨਹੀਂ।
ਇਹ ਤਾਂ ਅਕਾਲ ਪੁਰਖ ਦਾ ਭਾਣਾ ਹੈ। ਤਾਂ ਚੰਦੂ ਪਾਪੀ ਨੇ ਆਪਣੀ ਹਵੇਲੀ ਵਿੱਚ ਜਿੱਥੇ ਤਤੀ ਲੋ ਅੰਦਰ ਲਾਈ ਹੋਈ ਹੈ, ਅੱਗ ਬਲ ਰਹੀ ਹੈ, ਥੱਲੇ ਉੱਪਰ ਤਵਾ ਲਾਲ ਹੋਇਆ ਪਿਆ। ਆਖਿਆ ਫਿਰ ਜੇ ਇਹ ਰਿਸ਼ਤਾ ਕਬੂਲ ਨਹੀਂ ਕਰਨਾ ਤਾਂ ਇਹ ਤਤੀ ਲੋ ਤੇ ਬਹਿਣਾ ਪਵੇਗਾ। ਸਾਹਿਬ ਜੀ ਕਹਿਣ ਲੱਗੇ ਕਿ ਅਕਾਲ ਪੁਰਖ ਦਾ ਭਾਣਾ ਇਵੇਂ ਹੈ ਤਾਂ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰਕੇ ਤੇ ਤਤੀ ਲੋ ਤੇ ਚੌਕੜਾ ਮਾਰ ਕੇ ਬਹਿ ਗਏ। ਸਾਧ ਸੰਗਤ ਬੋਲੋ ਸ੍ਰੀ। ਤੇ ਫਿਰ ਐਸੀ ਅਡੋਲ ਬੈਠੇ। ਇੱਕ ਦਿਨ ਬੀਤ ਗਿਆ, 2 ਦਿਨ ਬੀਤ ਗਏ ਤੇ ਚੰਦੂ ਪਾਪੀ ਅਜੇ ਵੀ ਮਨ ਇਹਦਾ ਠਰਿਆ ਨਹੀਂ। ਆਖਿਆ ਰੇਤ ਤਪਾਓ। ਰੇਤ ਤਪਾਈ, ਪੜਪੂੰਜੇ ਨੂੰ ਸੱਦਿਆ ਜੋ ਦਾਣੇ ਭੁੰਦਾ ਸੀ ਕਿ ਤੂੰ ਆਪਣੇ ਕੜਛੇ ਭਰ ਭਰ ਕੇ ਗਰਮ ਰੇਤ ਲੈ ਕੇ ਅਰਜਨ ਦੇ ਸਿਰ ਵਿੱਚ ਪਾ। ਸਾਧ ਸੰਗਤ ਬੋਲੋ ਸ੍ਰੀ। ਤਲੋਂ ਤੱਤੀ ਤਵੀ ਅੱਗ ਬਲ ਰਹੀ ਹੈ, ਉੱਤੋਂ ਗਰਮ ਰੇਤ ਦੇ ਕੜਛੇ ਪੈ ਰਹੇ ਹਨ ਤੇ ਸਾਹਿਬ ਜੀ ਦੇ ਜਦੋਂ ਵੀ ਬੁੱਲ ਫੁਰਕਦੇ ਹਨ ਤਾਂ ਵਿੱਚੋਂ ਇਹੀ ਆਵਾਜ਼ ਆਉਂਦੀ ਹੈ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਸਾਈਂ ਮੀਆਂ ਮੀਰ ਜਦੋਂ ਪਤਾ ਲੱਗਿਆ ਸਾਹਿਬ ਜੀ ਗੁਰੂ ਅਰਜਨ ਦੇਵ ਲਾਹੌਰ ਆਏ ਹਨ, ਜਦੋਂ ਦਰਸ਼ਨ ਕਰਨ ਆਇਆ ਵੇਖ ਕੇ ਹੈਰਾਨ ਰਹਿ ਗਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਤਤੀ ਲੋਹ ਤੇ ਬੈਠੇ ਹਨ, ਉੱਤੇ ਗਰਮ ਰੇਤੇ ਪੈ ਰਹੇ ਹਨ। ਤਾਂ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ ਇਹ ਕੀ ਪਾਣਾ ਹੈ? ਸਾਹਿਬ ਜੀ ਕਹਿਣ ਲੱਗੇ, ਸਾਈਂ ਮੀਆਂ ਮੀਰ ਤੂੰ ਪੁੱਛਿਆ ਸੀ ਨਾ ਐਸੇ ਪਿਆਰੇ ਦੇ ਦਰਸ਼ਨ ਕਰਾਓ ਕਿ ਜੋ ਕਹਿੰਦਾ ਹੋਵੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤਾਂ ਆ ਵੇਖ ਲੈ, ਅਗਨ ਵਿੱਚ ਸਰੀਰ ਜਲ ਰਿਹਾ ਹੈ, तन तप रहा है, मन शांत है हरि नाम से। अंदर परमेश्वर दा नाम वसिया है, अंदर सेक नहीं पहुंच रहा मन नूं। आ शरीर नूं क्या दुख देवेगा ये चंदू? साईं मियां मीर जिसने हरमंदर साहब दी नींह रखी सी, जात दा मुसलमान सी, लेकिन गुरु अर्जन देव पातशाह दा प्यारा सी। ते गुरु अर्जन देव महाराज ने उस मुसलमान मियां मीर पासों ਅੰਮ੍ਰਿਤਸਰ ਦੇ ਵਿੱਚ ਜਦੋਂ ਹਰਮੰਦਰ ਸਾਹਿਬ ਸਾਜਿਆ ਤਾਂ ਨੀਂਹ ਹਰਮੰਦਰ ਸਾਹਿਬ ਦੀ ਮੀਆਂ ਮੀਰ ਪਾਸੋਂ ਰਖਾਈ ਕਿ ਇਹ ਸਾਂਝੀ ਵਾਲਤਾ ਦਾ ਘਰ ਹੈ। ਗੁਰੂ ਨਾਨਕ ਦਾ ਘਰ ਸਾਂਝੀ ਵਾਲਤਾ ਦਾ ਹੈ। ਮੀਆਂ ਮੀਰ ਨੇ ਬੇਨਤੀ ਕੀਤੀ, ਗਰੀਬ ਨਿਵਾਜ ਜੇ ਆਪ ਕੋਈ ਕਲਾ ਨਹੀਂ ਦਿਖਾਉਂਦੇ, ਸ਼ਕਤੀ ਨਹੀਂ ਦਿਖਾਉਂਦੇ ਤਾਂ ਮੈਨੂੰ ਹੁਕਮ ਕਰੋ, ਮੈਂ ਦਿਖਾਵਾਂ। ਸਾਹਿਬ ਜੀ ਕਹਿਣ ਲੱਗੇ, ਮੀਆਂ ਮੀਰ ਕਰਨਾ ਵੱਡੀ ਗੱਲ ਨਹੀਂ ਹੈ, ਜਰਨਾ ਵੱਡੀ ਗੱਲ ਹੈ। ਸ਼ਕਤੀ ਹੁੰਦਿਆਂ ਹੋਇਆਂ ਜਰ ਲੈਣਾ ਇਹ ਵੱਡੀ ਗੱਲ ਹੈ। ਤਾਂ ਉੱਪਰ ਵੇਖ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ, ਹਜ਼ਰਤ ਮੀਆਂ ਮੀਰ ਉੱਪਰ ਤੱਕ ਜਾਂ ਉੱਪਰ ਦੇਖਿਆ ਤਾਂ 33 ਕਰੋੜ ਦੇਵੀ ਦੇਵਤਾ ਹੱਥ ਬੰਨੇ ਖੜੋਤੇ ਹਨ। ਗਰੀਬ ਨਿਵਾਜ ਸਾਨੂੰ ਹੁਕਮ ਕਰੋ। ਲੇਕਿਨ ਗੁਰੂ ਅਰਜਨ ਦੇਵ ਪਾਤਸ਼ਾਹ ਭਾਣੇ ਵਿੱਚ ਬੈਠੇ ਹਨ ਤੇ ਕੀ ਕਹਿ ਰਹੇ ਹਨ, तेरा किया मीठा लागे, हर नाम पदारथ नानक मांगे। गुर मेरे संग सदा है नाए, गुर मेरे संग सदा है नाए।
संग सदा है ना। ते फिर जिस वेले आख्या गुरु अर्जन देव ने, मियाँ मीर जितने तन पर पड़ेंगे छाले उतने सिख होंगे सिदक वाले, उतने ही सिख सिदक वाले होंगे। जे गुरु ने भाणा नहीं मनिया तो सिखा ने फिर भाणा क्या मनना है। ते फिर जिस वेले चंदू आया अजे भी मन नहीं भरिया तो साहब जी कहन लगे, चंदू साडा मन करदा असी इशनान करिए। 3 दिन हो गए हैं चौकड़ा मार के बैठे हैं। साडे प्यार वाले जेड़े नाल आए सन उन्हां नूं बुलाओ। वो प्यार वाले गुरु अर्जन देव पातशाह नूं प्यार नाल जिस वेले रावी दे किनारे ते लियाए, साहब जी कहन लगे, हुण साडा गुरु नानक दे पास जाउण दा समा आ गया। असी जपजी साहब पढ़ांगे ते जपजी साहब दा जिस वेले समाप्ति करांगे अपना शरीर अलोप कर लांगे रावी विच, ते तुसी वापस हरमंदर साहब अमृतसर चले जाना। ते ए सब नूं आखना कि गुरु अर्जन जी ने उस अकाल पुरख दे पाणी विच रह के उस दे हुक्म विच अपना सिर नवाया। ते जपजी साहब जिस वेले गुरु अर्जन देव जी ने आरंभी ते जिस वेले जपजी साहब दा भोग पाया, जिन्नी नाम ते आया गए मुशक्कत काल, नानक दे मुख उजले गेती छुट्टी नाल। रावी विच अपना शरीर अलोप कर लिया ते मानो अजे भी रावी दी लहरां विचों ए आवाज गुरु अर्जन देव दी आ रही होवे, केड़ी? गुर मेरे संग सदा है नाले, गुरु मेरे संग सदा है नाले। वाहिगुरु जी।